ਇੱਕ ਕਸ਼ਮੀਰੀ ਤੋਹਫਾ। ਅਕਬਰ ਬਾਦਸ਼ਾਹ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਤੋਹਫੇ ਦੇ ਤੌਰ ਤੇ 2 ਬੋਰੀਆਂ ਕਸ਼ਮੀਰ ਦੇ ਅਖਰੋਟ ਕੱਲੇ। ਜਦੋਂ ਸੂਬੇਦਾਰ ਦੇ ਆਦਮੀ ਖੱਚਰਾਂ ਤੇ ਅਖਰੋਟ ਲੱਦੀ ਦਿੱਲੀ ਪੁੱਜੇ ਤਾਂ ਸਬਜ਼ੀ ਮੰਡੀ ਵਿੱਚ ਉਹਨਾਂ ਪਹਿਲੀ ਵਾਰ ਪਿਆਜ਼ ਦੇਖੇ। ਇਹਨਾਂ ਪਿਆਜ਼ਾਂ ਦੀ ਸ਼ਕਲ ਵੇਖ ਕੇ ਉਹ ਰੀਂਝ ਗਏ। ਉਹਨਾਂ ਸੋਚਿਆ, ਜਿਸ ਦੇਸ਼ ਵਿੱਚ ਅਜਿਹਾ ਸੁੰਦਰ ਮੇਵਾ ਹੋਵੇ ਉੱਥੇ ਅਖਰੋਟਾਂ ਦਾ ਤੋਹਫਾ ਕਿਹੜੇ ਕੰਮ। ਉਹਨਾਂ ਸਲਾਹ ਕਰਕੇ ਅਖਰੋਟਾਂ ਨਾਲ ਪਿਆਜ਼ ਵਟਾ ਲਏ। ਕੁਝ ਪਿਆਜ਼ ਆਪ ਖਾਦੇ ਤੇ ਬਾਕੀ ਬਾਦਸ਼ਾਹ ਅਕਬਰ ਦੀ ਭੇਟ ਲਈ ਦਰਬਾਰ ਵਿੱਚ ਲੈ ਗਏ। ਉਸ ਸਮੇਂ ਸਾਰੇ ਦਰਬਾਰੀ ਬੈਠੇ ਹੋਏ ਕਿਸੇ ਖਾਮ ਮਾਮਲੇ ਬਾਰੇ ਸਲਾਹ ਕਰ ਰਹੇ ਸਨ ਕਿ ਕਸ਼ਮੀਰ ਦਾ ਮੇਵਾ ਬਾਦਸ਼ਾਹ ਦੀ ਭੇਟ ਕਰ ਦਿੱਤਾ ਗਿਆ। ਦੋਵੇਂ ਕਸ਼ਮੀਰੀ ਇਨਾਮ ਦੀ ਆਸ ਵਿੱਚ ਹੱਥ ਬੰਨ ਕੇ ਖੜ ਹੋ ਗਏ। ਅਕਬਰ ਨੂੰ ਪਿਆਜ਼ ਵੇਖ ਕੇ ਬੜਾ ਗੁੱਸਾ ਆਇਆ। ਉਸਨੇ ਬੀਰਬਲ ਨੂੰ ਹੁਕਮ ਦਿੱਤਾ ਕਿ ਇਹਨਾਂ ਦੇ ਸਿਰ ਪੂਰੇ ਹੀ ਪਿਆਜ਼ ਰੱਖ ਕੇ ਇੱਕ ਦੇ ਬਦਲੇ 5-5 ਜੁੱਤੀਆਂ ਮਾਰੀਆਂ ਜਾਣ। ਜੁੱਤੀਆਂ ਖਾਣ ਪਿੱਛੋਂ ਕਸ਼ਮੀਰੀ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਖੁਦਾ ਦਾ ਲੱਖ ਲੱਖ ਸ਼ੁਕਰ ਹੈ। ਬਾਦਸ਼ਾਹ ਨੇ ਪੁੱਛਿਆ, ਮੂਰਖੋ, ਉਹ ਕਿਵੇਂ? ਹਜ਼ੂਰ, ਜੇ ਅਸੀਂ ਅਸਲੀ ਕਸ਼ਮੀਰੀ ਮੇਵਾ ਅਖਰੋਟ ਆਪ ਦੀ ਭੇਟ ਕਰਦੇ ਤਾਂ ਇਹਨਾਂ ਜੁੱਤੀਆਂ ਨਾਲ ਸਿਰ ਗੰਜੇ ਹੋ ਜਾਂਦੇ। ਸ਼ੁਕਰ ਹੈ ਖੁਦਾਵੰਦ ਕਰੀਮ ਦਾ ਕਿ ਅਸੀਂ ਆਪਣੀ ਸਿਆਣਪ ਨਾਲ ਉਸ ਨੂੰ ਪਿਆਜ਼ਾਂ ਵਿੱਚ ਬਦਲ ਲਿਆ ਤੇ ਸਾਡੀ ਟਿੰਡ ਪੋਲੀ ਹੋਣੋਂ ਬਚ ਗਈ। ਬਾਦਸ਼ਾਹ ਨੇ ਵਾਰਤਾ ਸੁਣੀ ਤਾਂ ਸਾਰੇ ਦਰਬਾਰ ਵਿੱਚ ਉਹਨਾਂ ਦੀ ਅਕਲ ਤੇ ਖੂਬ ਹਾਸਾ ਮਚਿਆ। 2 ਕੁੱਤਾ ਕੌਣ? ਬੀਰਬਲ ਨੇ ਆਪਣੇ ਪਿਆਰੇ ਮੋਤੀ ਨਾਂ ਦੇ ਕੁੱਤੇ ਦੇ ਗਲ ਵਿੱਚ ਪਟਾ ਪਾਈ ਸ਼ਾਹੀ ਮਹੱਲਾ ਪਾਸੋਂ ਲੰਘਦਾ ਜਾ ਰਿਹਾ ਸੀ ਕਿ ਉੱਪਰੋਂ ਬਾਦਸ਼ਾਹ ਅਕਬਰ ਤੇ ਮੁੱਲਾ 2 ਪਿਆਜ਼ਾਂ ਨੇ ਵੇਖ ਲਿਆ। ਮੁੱਲਾ ਨੇ ਜ਼ੋਰ ਦੀ ਆਵਾਜ਼ ਮਾਰੀ, ਬੀਰਬਲ ਕੁੱਤੇ, ਥੋੜਾ ਚਿਰ ਰੁਕੇ ਦੇ ਕਿੰਨੇ ਪੈਸੇ ਲਵੇਂਗਾ? ਬੀਰਬਲ ਦੇ ਸਿਆਣੇ ਦਿਮਾਗ ਵਿੱਚ ਝਟ ਜਵਾਬ ਫੁਰ ਗਿਆ, ਓਏ ਪਿਆਜ਼ੇ ਕੁੱਤੇ, ਕੁਝ ਚਿਰ ਰੁਕੇ ਦਾ ਕੀ ਮੁੱਲ ਦੇਂਗਾ? ਮੁੱਲਾ ਬੜਾ ਸ਼ਰਮਿੰਦਾ ਹੋਇਆ। ਬਾਦਸ਼ਾਹ ਹੱਸ ਕੇ ਮਹੱਲ ਅੰਦਰ ਲੰਘ ਗਿਆ ਔਰ ਬੀਰਬਲ ਮੋਤੀ ਨੂੰ ਪੁੱਸ-ਪੁੱਸ ਕਰਦਾ ਅੱਗੇ ਨਿਕਲ ਗਿਆ। 3 ਠੰਡ ਦਾ ਇਲਾਜ। ਇੱਕ ਵਾਰ ਬਾਦਸ਼ਾਹ ਅਕਬਰ ਆਪਣੇ ਵਜ਼ੀਰਾਂ ਨਾਲ ਸ਼ਿਕਾਰ ਖੇਡਣ ਗਿਆ। ਰਸਤੇ ਵਿੱਚ ਬਾਰਿਸ਼ ਹੋ ਗਈ। ਸਰਦਾ ਦਾ ਮੌਸਮ ਸੀ, ਕੱਪੜੇ ਭਿੱਜ ਗਏ ਤੇ ਸਾਰੇ ਸਰਦੀ ਨਾਲ ਠਿਠਰਦੇ ਆਪੋ ਆਪਣੇ ਘਰੀ ਪਰਤ ਆਏ। ਬਾਦਸ਼ਾਹ ਨੇ ਆਪਣੇ ਮਹੱਲ ਵਿੱਚ ਜਾ ਕੇ ਦੋਸ਼ਾਲਾ ਲਪੇਟ ਲਿਆ ਤੇ ਪਹਿਰੇਦਾਰ ਨੂੰ ਕਹਿਣ ਲੱਗਾ, ਬਾਹਰ ਜਾ ਕੇ ਉਸ ਉੱਲੂ ਦੀ ਦੁਮ ਪਾਲਿਕ ਨੂੰ ਕਹਿ ਦੇਈ ਕਿ ਜੋ ਕਰਨਾ ਹੀ ਕਰ ਲੈ। ਹੁਣ ਤੂੰ ਬਾਦਸ਼ਾਹ ਸਲਾਮਤ ਦਾ ਕੁਝ ਨਹੀਂ ਵਿਗਾੜ ਸਕਦਾ। ਪਹਿਰੇਦਾਰ ਬਾਹਰ ਜਾ ਕੇ ਮੁੜ ਉਹਨਾਂ ਕਦਮਾਂ ਤੇ ਹੀ ਵਾਪਸ ਆ ਗਿਆ ਤੇ ਠੰਡ ਨਾਲ ਕੰਬਦਾ ਹੋਇਆ ਕਹਿਣ ਲੱਗਾ, ਹਜ਼ੂਰ, ਉਹ ਕਹਿੰਦੀ ਹੈ ਕਿ ਬਾਦਸ਼ਾਹ ਸਲਾਮਤ ਅੰਦਰ ਚਲੇ ਗਏ ਹਨ ਤਾਂ ਕੋਈ ਹਰਜ ਨਹੀਂ। ਨੌਕਰਾਂ ਤੇ ਮੈਂ ਕਸਰ ਕੱਢ ਲਵਾਂਗੀ ਤੇ ਸਵੇਰੇ ਤੀਕ ਇੱਕ ਨੂੰ ਵੀ ਜਿਉਂਦਾ ਨਹੀਂ ਛਡਾਂਗੀ। ਬਾਦਸ਼ਾਹ ਪਹਿਰੇਦਾਰ ਦੀ ਅਕਲ ਤੇ ਬੜਾ ਖੁਸ਼ ਹੋਇਆ ਤੇ ਉਸੇ ਵਕਤ ਸਭ ਪਹਿਰੇਦਾਰਾਂ ਨੂੰ ਇੱਕ ਕੰਬਲ ਇਨਾਮ ਦਿੱਤਾ। 4 ਦੋਹੀ ਜਹਾਨੀ ਜੁੱਤੀਆਂ। ਦਰਬਾਰ ਵਿੱਚ ਬੈਠਿਆਂ ਮੁੱਲਾ ਨੂੰ ਪਤਾ ਨਹੀਂ ਕੀ ਸੁਝੀ ਕਿ ਉਸਨੇ ਬੀਰਬਲ ਦੀ ਪੁਰਾਣੀ ਜੁੱਤੀ ਛੁਪਾ ਦਿੱਤੀ। ਬਹੁਤ ਢੂੰਡਣ ਤੇ ਵੀ ਜਦ ਜੁੱਤੀ ਨਾ ਮਿਲੀ ਤਾਂ ਮੁੱਲਾ ਨੇ ਨੌਕਰ ਨੂੰ ਕਿਹਾ, ਮੇਰੀਆਂ ਨਵੀਆਂ ਜੁੱਤੀਆਂ ਬੀਰਬਲ ਨੂੰ ਲਿਆ ਦੇ। ਨਵੀਆਂ ਜੁੱਤੀਆਂ ਪਾ ਕੇ ਬੀਰਬਲ ਨੇ ਦੁਆ ਦਿੱਤੀ, ਪਰਮਾਤਮਾ ਤੈਨੂੰ ਦੋਹੀ ਜਹਾਨੀ ਹਜ਼ਾਰਾਂ ਨਵੀਆਂ ਜੁੱਤੀਆਂ ਪਵਾਏ। ਇੱਕ ਵਾਰ ਮੁੱਲਾ ਨੇ ਬੀਰਬਲ ਨੂੰ ਟੋਕ ਮਾਰਦਿਆਂ ਹੋਇਆਂ ਕਿਹਾ, ਬੀਰਬਲ, ਤੇਰੀ ਜ਼ਬਾਨ ਹਿੰਦੀ ਵੀ ਕੋਈ ਬੋਲੀ ਹੈ ਜਿਸ ਵਿੱਚ ਪੈਰ, ਜਿਸ ਬਿਨਾਂ ਮਨੁੱਖ ਦਾ ਕੋਈ ਮੁੱਲ ਨਹੀਂ, ਨੂੰ ਪਦ ਕਹਿੰਦੇ ਹਨ। ਹਾਂ ਸਰਕਾਰ, ਠੀਕ ਹੈ, ਪਰ ਫਾਰਸੀ ਤੋਂ ਬਿਹਤਰ ਹੈ ਜਿਸ ਵਿੱਚ ਹੱਥਾਂ ਵਰਗੀ ਪਵਿੱਤਰ ਚੀਜ਼ ਨੂੰ ਦਸਤ ਆਖਦੇ ਹਨ। 5 ਨਵੇਂ ਮਕਾਨ ਦੀ ਚੱਟ। ਅਕਬਰ ਨੇ ਇੱਕ ਸਰਦਾਰ ਅਬਦੁਲ ਰਹੀਮ ਖਾਨਾ ਨੇ ਇੱਕ ਅਤ ਸੁੰਦਰ ਮਕਾਨ ਬਣਵਾਇਆ। ਮਕਾਨ ਮੁਕੰਮਲ ਹੋ ਜਾਣ ਤੇ ਉਸਨੇ ਬਾਦਸ਼ਾਹ ਤੇ ਬਹੁਤ ਸਾਰੇ ਵਜ਼ੀਰਾਂ ਅਮੀਰਾਂ ਨੂੰ ਦਾਵਤ ਕੀਤੀ। ਜਦ ਸਾਰੇ ਖਾਣਾ ਖਾ ਬੈਠੇ ਤਾਂ ਖਾਨਾ ਨੇ ਕਿਹਾ, ਹਜ਼ੂਰ, ਮਕਾਨ ਵਿੱਚ ਕੋਈ ਨੁਕਸ ਦੱਸੋ। ਅਕਬਰ ਨੇ ਤਾਰੀਫ ਕੀਤੀ, ਪਰ ਮੁੱਲਾ ਬੋਲਿਆ, ਦਰਵਾਜ਼ੇ ਬੜੇ ਤੰਗ ਹਨ, ਰੱਬ ਨਾ ਕਰੇ ਜੇ ਕੱਲ ਕੋਈ ਮਰ ਜਾਵੇ ਤਾਂ ਮੁਰਦਾ ਦਰਵਾਜ਼ਿਓਂ ਬਾਹਰ ਕਿਵੇਂ ਨਿਕਲੇਗਾ। ਵਿੱਚੋਂ ਹੀ ਬੀਰਬਲ ਬੋਲ ਉੱਠਿਆ, ਦਰਵਾਜ਼ੇ ਕਿੱਥੇ ਛੋਟੇ ਹਨ, ਜੇ ਖਾਨਾ ਦਾ ਸਾਰਾ ਟੱਬਰ ਹੀ ਇਕੱਠਿਆਂ ਮਰ ਜਾਵੇ ਤਾਂ ਵੀ ਇਹਨਾਂ ਦਰਵਾਜ਼ਿਆਂ ਚੋਂ ਬਾਹਰ ਨਿਕਲ ਸਕਦਾ ਹੈ। 6 ਅਕਲ ਕੇ ਰੰਗ। ਮੁੱਲਾ 2 ਪਿਆਜ਼ਾਂ ਦਾ ਰੰਗ ਗੋਰਾ ਸੀ ਤੇ ਬੀਰਬਲ ਦਾ ਕਾਲਾ ਸੀ। ਇੱਕ ਦਿਨ ਦਰਬਾਰ ਵਿੱਚ ਹੀ ਅਕਬਰ ਬੀਰਬਲ ਨੂੰ ਕਹਿਣ ਲੱਗਾ, ਬੀਰਬਲ, ਤੂੰ ਕਾਲਾ ਕਿਉਂ ਏ ਜਦ ਕਿ ਮੁੱਲਾ ਇੰਨਾ ਗੋਰਾ ਏ? ਬੀਰਬਲ ਕਹਿਣ ਲੱਗਾ, ਹਜ਼ੂਰ, ਜਦ ਰੱਬ ਆਪਣੀਆਂ ਦਾਤਾਂ ਵੰਡਣ ਲੱਗਾ ਤਾਂ ਮੁੱਲਾ ਨੇ ਚਿੱਟਾ ਰੰਗ ਚੁਣਿਆ ਤੇ ਮੈਂ ਅਕਲ, ਇਸੇ ਲਈ ਉਹ ਗੋਰਾ ਤੇ ਅਕਲੋਂ ਖਾਲੀ ਹੈ ਤੇ ਮੈਂ ਕਾਲਾ ਹਾਂ। 7 ਸੁਪਨਾ। ਇੱਕ ਦਿਨ ਬਾਦਸ਼ਾਹ ਅਕਬਰ ਨੇ ਸਵੇਰੇ ਉੱਠਦਿਆਂ ਸਾਰ ਬੀਰਬਲ ਨੂੰ ਬੁਲਾਇਆ ਤੇ ਕਹਿਣ ਲੱਗਾ, ਰਾਤੀ ਮੈਨੂੰ ਸੁਪਨਾ ਆਇਆ ਸੀ ਕਿ ਮੈਂ ਅਤਰ ਦੇ ਤਲਾਬ ਵਿੱਚ ਨਹਾ ਰਿਹਾ ਹਾਂ ਤੇ ਤੂੰ ਨਾਲ ਦੇ ਗੰਦੇ ਨਾਲੇ ਵਿੱਚ ਲੱਥਪੱਥ ਹੋ ਰਿਹਾ ਏ। ਉਸ ਸਮੇਂ ਮੇਰੇ ਸਰੀਰ ਚੋਂ ਖੁਸ਼ਬੂ ਤੇ ਤੇਰੇ ਸਰੀਰ ਚੋਂ ਸੜਾਂਦ ਆ ਰਹੀ ਸੀ। ਬੀਰਬਲ ਹੱਥ ਬੰਨ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੈਂ ਵੀ ਅੱਜ ਇਸੇ ਤਰ੍ਹਾਂ ਦਾ ਸੁਪਨਾ ਦੇਖਿਆ ਹੈ। ਇਸ ਪਿੱਛੋਂ ਆਪ ਮੇਰੇ ਪਾਸ ਆ ਗਏ ਤੇ ਮੇਰੇ ਸਰੀਰ ਨੂੰ ਚੱਟਣ ਲੱਗ ਪਏ ਤੇ ਮੈਂ ਆਪ ਦਾ ਸਰੀਰ ਚੱਟਣ ਲੱਗ ਪਿਆ। ਮੈਨੂੰ ਇਉਂ ਜਾਪਦਾ ਸੀ ਜਿਵੇਂ ਆਪ ਦੇ ਸਰੀਰ ਤੋਂ ਸ਼ਹਿਦ ਮਲਿਆ ਹੋਇਆ ਹੈ। 8 ਸੁੰਦਰ ਦਸਤਾਰ। ਅਕਬਰ ਦੇ ਦਰਬਾਰੀਆਂ ਵਿੱਚ ਮੁੱਲਾ 2 ਪਿਆਜ਼ਾ ਬੜੀ ਸੋਹਣੀ ਪਗੜੀ ਬੰਨਦਾ ਸੀ ਤੇ ਬੀਰਬਲ ਦੀ ਟਿੱਲੀ ਪੱਗ ਸਾਰਿਆਂ ਦੇ ਮਖੌਲ ਦਾ ਕਾਰਨ ਬਣਦੀ ਸੀ। ਇੱਕ ਦਿਨ ਬੀਰਬਲ ਨੇ ਬੜੀ ਮਿਹਨਤ ਨਾਲ ਸ਼ੀਸ਼ੇ ਅੱਗੇ ਕਿੰਨੀ ਵਾਰੀ ਬੰਨਣ ਖੋਲਣ ਪਿੱਛੋਂ ਬੜੀ ਸੁੰਦਰ ਦਸਤਾਰ ਸਜਾਈ ਤੇ ਦਰਬਾਰ ਵਿੱਚ ਆ ਗਿਆ। ਸਾਰੇ ਦਰਬਾਰੀਆਂ ਬੀਰਬਲ ਦੀ ਪਗੜੀ ਸਲਾਹੀ ਤੇ ਅਕਬਰ ਮੁੱਲਾ 2 ਪਿਆਜ਼ਾ ਨੂੰ ਕਹਿਣ ਲੱਗਾ, ਵੇਖ ਮੁੱਲਾ, ਅੱਜ ਬੀਰਬਲ ਨੇ ਤੇਰੇ ਤੋਂ ਸੋਹਣੀ ਪਗੜੀ ਬੰਨੀ ਹੈ।
ਮੁੱਲਾ ਮੁਸਕਰਾਇਆ ਤੇ ਕਹਿਣ ਲੱਗਾ, ਹਜ਼ੂਰ ਇਹ ਪਗੜੀ ਬੀਰਬਲ ਨੇ ਆਪ ਨਹੀਂ ਬੰਨੀ ਹੈ। ਬੀਰਬਲ ਨੂੰ ਤਾਂ ਪਗੜੀ ਸਾਜਣੀ ਨਹੀਂ ਲਪੇਟਣੀ ਆਂਦੀ ਹੈ। ਅਕਬਰ ਨੇ ਬੀਰਬਲ ਨੂੰ ਪੁੱਛਿਆ ਤਾਂ ਉਸ ਸਹੁੰ ਚੁੱਕ ਕੇ ਕਿਹਾ ਕਿ ਮੈਂ ਆਪ ਪਗੜੀ ਬੰਨੀ ਹੈ। ਉਧਰ ਮੁੱਲਾ ਆਪਣੀ ਜ਼ਿੱਦ ਤੇ ਅੜਿਆ ਹੋਇਆ ਸੀ। ਅਖੀਰ ਮੁੱਲਾ ਨੇ ਇਹ ਤਜਵੀਜ਼ ਪੇਸ਼ ਕੀਤੀ ਕਿ ਦਰਬਾਰ ਵਿੱਚ ਦੋਵੇਂ ਪਗੜੀਆਂ ਲਾਹ ਕੇ ਮੁੜ ਬੰਨਣ। ਜੇ ਬੀਰਬਲ ਪਹਿਲਾਂ ਵਰਗੀ ਪਗੜੀ ਬੰਨ ਲਵੇ ਤਾਂ ਸਮਝੋ ਇਸ ਆਪ ਬੰਨੀਏ ਤੇ ਜੇ ਨਾ ਬੰਨ ਸਕੇ ਤਾਂ ਉਸਦੀ ਵੋਟੀ ਨੇ ਬੰਨੀ ਹੋਵੇਗੀ। ਬਾਦਸ਼ਾਹ ਦੇ ਹੁਕਮ ਨਾਲ ਦੋਹਾਂ ਪਗੜੀਆਂ ਲਾਹ ਕੇ ਮੁੜ ਬੰਨੀਆਂ। ਮੁੱਲਾ ਦੋ ਪਿਆਜ਼ਾ ਦੀ ਪਗੜੀ ਅੱਗੇ ਵਾਂਗ ਸੀ, ਪਰ ਬੀਰਬਲ ਦੀ ਟਿੱਲੀ ਪਗੜੀ ਵੇਖ ਕੇ ਮਹਿਫਲ ਵਿੱਚ ਖੂਬ ਹਾਸਾ ਮਚਿਆ। 9 ਜੀਦਾ ਰਹੋ ਪੁੱਤਰ ਅਕਬਰ ਬਾਦਸ਼ਾਹ, ਬੀਰਬਲ, ਖਾਨਾ ਤੇ ਮੁੱਲਾ ਸੈਰ ਕਰਨ ਜਾ ਰਹੇ ਸਨ ਕਿ ਅੱਗੋਂ ਬੀਰਬਲ ਦੀ ਵੋਟੀ ਆਉਂਦੀ ਮਿਲੀ। ਉਸਦੇ ਪਿੱਛੇ 4-5 ਖੋਤੇ ਆ ਰਹੇ ਸਨ। ਖਾਨਾ ਨੂੰ ਬੀਰਬਲ ਨੂੰ ਠਿੱਠ ਕਰਨ ਦੀ ਸੂਝੀ। ਉਹ ਕਹਿਣ ਲੱਗਾ, ਗਧਿਆਂ ਦੀ ਮਾਂ ਸਲਾਮ। ਬੀਰਬਲ ਦੀ ਵੋਟੀ ਵੀ ਬੀਰਬਲ ਵਾਂਗ ਹੀ ਬੜੀ ਹੁਸ਼ਿਆਰ ਤੇ ਹਾਜ਼ਰ ਜਵਾਬ ਸੀ। ਉਸ ਤੁਰਤ ਉੱਤਰ ਦਿੱਤਾ, ਪੁੱਤਰ ਜੀਦਾ ਰਹੋ। 10 ਜਾਗੀਰ ਦਾ ਲਾਰਾ ਬੀਰਬਲ ਦੀ ਇੱਕ ਮੁਹਿੰਮ ਦੀ ਸਫਲਤਾ ਤੇ ਖੁਸ਼ ਹੋ ਕੇ ਬਾਦਸ਼ਾਹ ਨੇ ਉਸ ਨੂੰ ਜਾਗੀਰ ਦੇਣ ਦਾ ਇਕਰਾਰ ਕੀਤਾ, ਪਰ ਜਦ ਦੇਣ ਦਾ ਵਕਤ ਆਇਆ ਤਾਂ ਉਹ ਟਾਲ ਗਿਆ। ਜਦ ਕਦੀ ਬੀਰਬਲ ਜਾਗੀਰ ਦੇਣ ਦਾ ਜ਼ਿਕਰ ਛੇੜਦਾ, ਬਾਦਸ਼ਾਹ ਆਪਣੀ ਗਰਦਨ ਨੀਵੀਂ ਪਾ ਲੈਂਦਾ। ਇੱਕ ਦਿਨ ਅਕਬਰ ਨੇ ਇੱਕ ਊਠ ਜਾਂਦਾ ਵੇਖ ਕੇ ਬੀਰਬਲ ਨੂੰ ਕਿਹਾ, ਇਸ ਊਠ ਦੀ ਗਰਦਨ ਕਿਉਂ ਨੀਵੀਂ ਹੈ? ਬੀਰਬਲ, ਸਰਕਾਰ, ਇਸਨੇ ਵੀ ਕਿਸੇ ਨੂੰ ਜਾਗੀਰ ਦੇਣ ਦਾ ਲਾਰਾ ਲਾਇਆ ਹੋਵੇਗਾ। 11 ਮੂਰਖਾਂ ਨਾਲ ਵਾਹ। ਇੱਕ ਦਿਨ ਭਰੀ ਮਹਿਫਲ ਵਿੱਚ ਅਕਬਰ ਨੇ ਬੀਰਬਲ ਤੇ ਸਵਾਲ ਕੀਤਾ ਕਿ ਮੂਰਖ ਨਾਲ ਵਾਹ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ? ਬੀਰਬਲ ਨੇ ਦੂਜੇ ਦਿਨ ਉੱਤਰ ਦੇਣ ਦਾ ਇਕਰਾਰ ਕੀਤਾ। ਦੂਜੇ ਦਿਨ ਸਵੇਰੇ ਬੀਰਬਲ ਨੇ ਆਪਣੇ ਨੌਕਰ ਮੂਰਖੰਦਰ ਬਹਾਦਰ ਨੂੰ ਬੁਲਾ ਕੇ ਸਮਝਾਇਆ ਕਿ ਅੱਜ ਦੋਵੇਂ ਬਾਦਸ਼ਾਹ ਦੀ ਕਚਹਿਰੀ ਜਾਣਗੇ, ਪਰ ਅਕਬਰ ਜੋ ਕੁਝ ਵੀ ਪੁੱਛੇ ਉਹ ਚੁੱਪ ਰਹੇ। ਚੰਗੀ ਤਰ੍ਹਾਂ ਸਿੱਖਾ ਪੜਾ ਕੇ ਬੀਰਬਲ ਮੂਰਖੰਦਰ ਨੂੰ ਨਾਲ ਲੈ ਕੇ ਰਾਜ ਦਰਬਾਰ ਵਿੱਚ ਪੁੱਜਾ। ਅਕਬਰ ਨੇ ਬੀਰਬਲ ਨੂੰ ਵੇਖਦਿਆਂ ਹੀ ਕਿਹਾ, ਬੀਰਬਲ ਇੱਕ ਕੱਲ ਵਾਲੇ ਸਵਾਲ ਦਾ ਉੱਤਰ। ਬੀਰਬਲ ਨੇ ਆਪਣੇ ਨੌਕਰ ਨੂੰ ਅੱਗੇ ਕੀਤਾ ਕਿ ਹਜ਼ੂਰ ਇਹ ਆਪ ਦੇ ਸਵਾਲ ਦਾ ਜਵਾਬ ਦੇਵੇਗਾ। ਅਕਬਰ ਨੇ ਆਪਣਾ ਸਵਾਲ ਦੁਹਰਾਇਆ, ਪਰ ਮੂਰਖੰਦਰ ਬਹਾਦਰ ਚੁੱਪ ਰਿਹਾ। ਜਦੋਂ ਕਈ ਵਾਰੀ ਅਕਬਰ ਦੇ ਪ੍ਰਸ਼ਨ ਕਰਨ ਤੇ ਵੀ ਉਹ ਚੁੱਪ ਰਿਹਾ ਤਾਂ ਅਕਬਰ ਨੇ ਬੀਰਬਲ ਨੂੰ ਕਿਹਾ, ਬਈ ਇਹ ਤਾਂ ਬੋਲਦਾ ਹੀ ਨਹੀਂ। ਬੀਰਬਲ ਨੇ ਕਿਹਾ, ਹਜ਼ੂਰ ਇਹ ਆਪ ਦੇ ਪ੍ਰਸ਼ਨ ਦਾ ਉੱਤਰ ਦੇ ਰਿਹਾ ਹੈ ਕਿ ਮੂਰਖ ਹਾਲ ਵਾਹ ਪੈ ਜਾਵੇ ਤਾਂ ਚੁੱਪ ਹੀ ਰਹਿਣਾ ਚਾਹੀਦਾ ਹੈ। ਅਕਬਰ ਬਾਦਸ਼ਾਹ ਲਾ ਜਵਾਬ ਹੋ ਗਿਆ, ਪਰ ਬੀਰਬਲ ਦੀ ਹੁਸ਼ਿਆਰੀ ਤੇ ਬੜਾ ਖੁਸ਼ ਹੋਇਆ। 12 ਕੁਕੜੂ ਕੜੂਨ। ਅਕਬਰ ਬਾਦਸ਼ਾਹ ਨੇ ਮੁੱਲਾ ਦੋ ਪਿਆਜ਼ਾ, ਖਾਨਾ ਤੇ ਮਿਰਜ਼ਾ ਆਦਿ ਦਰਬਾਰੀਆਂ ਨਾਲ ਸਲਾਹ ਕੀਤੀ ਕਿ ਬੀਰਬਲ ਰੋਜ਼ ਹੱਥ ਖੇਡ ਜਾਂਦਾ ਹੈ, ਇਸ ਨੂੰ ਖੂਬ ਬਣਾਇਆ ਜਾਵੇ। ਬਾਦਸ਼ਾਹ ਦੀ ਹਾਮੀ ਭਰਨ ਤੇ ਸਲਾਹ ਇਹ ਬਣੀ ਕਿ ਸਾਹਮਣੇ ਦੇ ਪਾਣੀ ਵਾਲੇ ਸ਼ਾਹੀ ਹੌਜ਼ ਵਿੱਚ 6 ਅੰਡੇ ਰੱਖ ਦਿੱਤੇ ਜਾਣ ਤੇ 6 ਵਜ਼ੀਰ ਪਾਣੀ ਵਿੱਚ ਟੁੱਬੀ ਮਾਰ ਕੇ ਇੱਕ ਕਰਕੇ ਅੰਡਾ ਕੱਢ ਲਿਆਣ ਤੇ 7ਵੀਂ ਵਾਰ ਬੀਰਬਲ ਨੂੰ ਖੂਬ ਠਿੱਠ ਕੀਤਾ ਜਾਵੇ। ਬੀਰਬਲ ਦੇ ਦਰਬਾਰ ਪੁੱਜਣ ਤੇ ਅਕਬਰ ਸਾਰੇ ਵਜ਼ੀਰਾਂ ਨੂੰ ਕਹਿਣ ਲੱਗਾ, ਹਰ ਮਾਂ ਪਿਓ ਜਾਇਆ ਇਸ ਹੌਜ਼ ਵਿੱਚ ਟੁੱਬੀ ਮਾਰ ਕੇ ਅੰਡਾ ਕੱਢ ਲਿਆਵੇਗਾ, ਦੂਜੇ ਨੂੰ ਅੰਡਾ ਨਹੀਂ ਮਿਲੇਗਾ। ਇਹ ਸੁਣਦਿਆਂ ਸਾਰ 6 ਦੇ 6 ਵਜ਼ੀਰ ਟੁੱਬੀ ਮਾਰ ਕੇ ਇੱਕ ਅੰਡਾ ਕੱਢ ਲਿਆਏ। ਬੀਰਬਲ ਦੀ ਵਾਰੀ ਆਈ ਤਾਂ ਅੰਡੇ ਖਤਮ ਹੋ ਚੁੱਕੇ ਸਨ। ਉਸ ਕਈ ਵਾਰੀ ਪਾਣੀ ਵਿੱਚ ਟੁੱਬੀਆਂ ਮਾਰੀਆਂ, ਪਰ ਹੱਥ ਖਾਲੀ ਦਾ ਖਾਲੀ। ਜਦ ਬਾਹਰ ਵਾਲਿਆਂ ਬੜਾ ਸ਼ੋਰ ਮਚਾਇਆ ਤਾਂ ਬੀਰਬਲ ਨੇ ਜ਼ੋਰ ਦਾ ਕਿਹਾ, ਕੁਕੜੂ ਕੂ। ਬਾਦਸ਼ਾਹ ਨੇ ਪੁੱਛਿਆ, ਇਹ ਕੀ ਬੀਰਬਲ? ਹਜ਼ੂਰ, ਇੰਨੀਆਂ ਕੁਕੜੀਆਂ ਤਲਾਬ ਚੋਂ ਅੰਡੇ ਦੇਦੀਆਂ ਨਿਕਲੀਆਂ, ਇੱਕ ਕੁਕੜ ਵੀ ਹੋਣਾ ਚਾਹੀਦਾ ਹੈ ਨਾ। ਇਹ ਸੁਣ ਕੇ ਸਾਰੇ ਮੁਸਾਇਬ ਬੜੇ ਸ਼ਰਮਿੰਦੇ ਹੋਏ। 13 ਹੀਰਿਆਂ ਦੀ ਚੋਰੀ। ਇੱਕ ਦਿਨ ਸ਼ਾਹੀ ਮਹਲ ਚੋਂ ਬਹੁਤ ਸਾਰੇ ਕੀਮਤੀ ਹੀਰੇ ਚੁਰਾਏ ਗਏ। ਸਵੇਰੇ ਬਾਦਸ਼ਾਹ ਨੇ ਸਾਰੀ ਗੱਲ ਬੀਰਬਲ ਨੂੰ ਸੁਣਾਈ। ਬੀਰਬਲ ਨੇ ਸਭ ਨੌਕਰਾਂ ਨੂੰ ਬੁਲਾਇਆ ਤੇ ਬਾਦਸ਼ਾਹ ਨੂੰ ਕਹਿਣ ਲੱਗਾ, ਹਜ਼ੂਰ, ਜਿਸ ਜੋਤਸ਼ੀ ਵੱਲ ਤੁਸੀਂ ਘੱਲਿਆ ਸੀ ਉਸ ਦੱਸਿਆ ਹੈ ਕਿ ਜਿਸਨੇ ਹੀਰੇ ਚੁਰਾਏ ਹਨ ਉਹਦੀ ਦਾੜ੍ਹੀ ਵਿੱਚ ਤੀਲਾ ਹੋਵੇਗਾ। ਜੱਟ ਇੱਕ ਨੌਕਰ ਨੇ ਆਪਣੀ ਦਾੜ੍ਹੀ ਤੇ ਹੱਥ ਮਾਰਿਆ। ਬੀਰਬਲ ਨੇ ਉਸ ਨੂੰ ਫੜ ਲਿਆ। ਉਸਦੇ ਘਰ ਦੀ ਤਲਾਸ਼ੀ ਤੇ ਸਾਰੇ ਗੁੰਮ ਹੋਏ ਹੀਰੇ ਲੱਭ ਪਏ। ਸ਼ਾਹੀ ਦੰਡ ਦੇ ਕੇ ਚੋਰ ਨੂੰ ਨੌਕਰੀਓਂ ਜਵਾਬ ਮਿਲ ਗਿਆ। ਅਗਲੇ ਸਾਲ ਫਿਰ ਕੀਮਤੀ ਹੀਰੇ ਚੋਰੀ ਹੋ ਗਏ। ਬੀਰਬਲ ਨੂੰ ਬੁਲਾਇਆ ਗਿਆ। ਉਸਨੇ ਸਾਰੇ ਨੌਕਰਾਂ ਨੂੰ ਇੱਕ ਸੋਟੀ ਦੇ ਕੇ ਕਿਹਾ, ਜੋਤਸ਼ੀ ਨੇ ਦੱਸਿਆ ਹੈ ਹਜ਼ੂਰ, ਚੋਰ ਦੀ ਸੋਟੀ ਰਾਤ ਨੂੰ ਇੱਕ ਗਿੱਟ ਲੰਮੀ ਹੋ ਜਾਵੇਗੀ। ਸਵੇਰੇ ਵੇਖਾਂਗੇ ਜਿਸ ਦੀ ਸੋਟੀ ਬਾਕੀਆਂ ਨਾਲੋਂ ਲੰਮੀ ਹੋਈ ਉਹੀ ਚੋਰ ਹੋਵੇਗਾ। ਇਹ ਆਖ ਕੇ ਉਸਨੇ ਸਾਰੇ ਨੌਕਰਾਂ ਨੂੰ ਸੋਟੀ ਤੇ ਚਾਕੂ ਦੇ ਕੇ ਵੱਖ-ਵੱਖ ਕਮਰਿਆਂ ਵਿੱਚ ਡੱਕ ਦਿੱਤਾ। ਚੋਰ ਨੇ ਸੋਚਿਆ ਕਿ ਉਸਦੀ ਸੋਟੀ ਜ਼ਰੂਰ ਬਾਕੀਆਂ ਨਾਲੋਂ ਵੱਡੀ ਹੋ ਜਾਵੇਗੀ ਤੇ ਉਹ ਪਕੜਿਆ ਜਾਵੇਗਾ, ਸੋ ਉਸਨੇ ਚਾਕੂ ਨਾਲ ਇੱਕ ਗਿੱਟ ਸੋਟੀ ਕੱਟ ਦਿੱਤੀ। ਸਵੇਰ ਸਾਰ ਸਾਰੇ ਨੌਕਰਾਂ ਤੋਂ ਸੋਟੀਆਂ ਮੰਗਾਈਆਂ ਗਈਆਂ ਤਾਂ ਚੋਰ ਦੀ ਸੋਟੀ ਕੱਟੀ ਹੋਈ ਸੀ, ਸੋ ਉਹ ਫੜ ਲਿਆ ਗਿਆ। ਇਸ ਤਰ੍ਹਾਂ ਸਾਰੇ ਚੋਰੀ ਕੀਤੇ ਹੀਰੇ ਉਸਦੇ ਘਰੋਂ ਨਿਕਲ ਆਏ। 14 ਨੌਕਰ ਕਿਸਦਾ। ਇੱਕ ਵਾਰ ਸ਼ਾਹੀ ਮਹਲ ਪਾਸੋਂ ਇੱਕ ਆਦਮੀ ਬੜੇ ਸੋਹਣੇ ਕਾਲੇ ਵੈਂਗਣ ਵੇਚਦਾ ਲੰਘ ਰਿਹਾ ਸੀ। ਅਕਬਰ ਨੇ ਉਹਨਾਂ ਦਾ ਤਾਰੀਫ ਕੀਤੀ ਤਾਂ ਬੀਰਬਲ ਕਹਿਣ ਲੱਗਾ, ਹਜ਼ੂਰ, ਵੈਂਗਣ ਤਾਂ ਇੱਕ ਅਜਿਹੀ ਸਬਜ਼ੀ ਹੈ ਜਿਸ ਦੀ ਤਾਰੀਫ ਹੀ ਨਹੀਂ ਹੋ ਸਕਦੀ। ਕੁਕੜ, ਬੱਕਰੇ ਤੇ ਮੱਛਾਂ ਦਾ ਮਾਸ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਨਾ ਹੱਡੀ, ਨਾ ਪਸਲੀ ਤੇ ਖਾਣ ਵਿੱਚ ਏਡਾ ਸਵਾਦੀ। ਸਿਰ ਤੇ ਸੁੰਦਰ ਤਾਜਸ, ਕਿਸ਼ਨ ਮਹਾਰਾਜ ਵਰਗਾ ਸਾਂਵਲਾ ਰੰਗ। ਬਸ ਖਾਓ ਤੇ ਮਜ਼ੇ ਪਾਓ। ਅਕਬਰ ਨੇ ਸ਼ਾਹੀ ਰਸੋਈਏ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਰੋਜ਼ ਵੈਗਣ ਦੀ ਭਾਜੀ ਬਣਿਆ ਕਰੇ। ਰੋਜ਼ ਵੈਂਗਣ ਖਾਣ ਨਾਲ ਕੁਝ ਦਿਨਾਂ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ, ਨਾਲੇ ਸਵਾਦ ਵੀ ਫਿੱਕਾ ਜਾਪਣ ਲੱਗਾ। ਬੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ, ਬੀਰਬਲ, ਇਹ ਵੈਂਗਣ ਕਿੰਨੀ ਰੱਦੀ ਸਬਜ਼ੀ ਹੈ, ਇਹ ਤਾਂ ਕਿਸੇ ਕੰਮ ਦੀ ਨਹੀਂ। ਹਜ਼ੂਰ, ਵੈਂਗਣ ਵੀ ਕੋਈ ਸਬਜ਼ੀਆਂ ਚੋਂ ਸਬਜ਼ੀ ਹੈ। ਕਾਲਾ ਸਿਆਹ ਰੰਗ, ਨਾ ਮੂੰਹ ਨਾ ਮੱਥਾ, ਜਿਨ ਪਹਾੜੋਂ ਲੱਥਾ, ਨਾ ਖੁਰਾਕ। ਇਹ ਤਾਂ ਕਮੀਆਂ ਕਮੀਨਾਨ ਦਾ ਖਾਣਾ ਹੈ। ਸ਼ਾਹੀ ਮਹੱਲਾ ਵਿੱਚ ਤਾਂ ਇਸ ਦਾ ਪਕਣਾ ਹੀ ਮਨਾ ਹੋਣਾ ਚਾਹੀਦਾ ਹੈ। ਬੀਰਬਲ ਨੇ ਉੱਤਰ ਦਿੱਤਾ। ਤੂੰ ਤੇ ਬੀਰਬਲ ਅੱਗੇ ਕਹਿੰਦਾ ਸੇਨ ਕਿ ਇਹ ਬੜੀ ਉੱਤਮ ਸਬਜ਼ੀ ਹੈ ਤੇ ਅੱਜ ਇਸ ਨੂੰ ਸਭ ਤੋਂ ਘਟੀਆ ਗਿਣ ਰਿਹਾ ਹੈ। ਇਸ ਦਾ ਕਾਰਨ? ਅਕਬਰ ਨੇ ਪੁੱਛਿਆ।
ਜਨਾਬ, ਉਦੋਂ ਤੁਸੀਂ ਤਾਰੀਫ ਕੀਤੀ ਸੀ ਤੇ ਮੈਂ ਵੀ ਇਸ ਦੀ ਪ੍ਰਸ਼ੰਸਾ ਕਰ ਦਿੱਤੀ। ਅੱਜ ਤੁਸੀਂ ਇਸ ਦੀ ਨਿੰਦਿਆ ਕੀਤੀ ਤਾਂ ਇਸ ਸੇਵਕ ਨੇ ਵੀ ਨਿੰਦਿਆ ਦੇ ਪੁਲ ਬੰਨ ਦਿੱਤੇ। ਅਸੀਂ ਤਾਂ ਹਜ਼ੂਰ ਬਾਦਸ਼ਾਹ ਸਲਾਮਤ ਦੇ ਨੌਕਰ ਹਾਂ, ਵਿੰਗੜਾਂ ਦੇ ਨਹੀਂ। ਬਾਦਸ਼ਾਹ ਤਾਰੀਫ ਕਰੇ ਤਾਂ ਕਰਦੇ ਹਾਂ, ਜੇ ਉਹ ਨਿੰਦਿਆ ਕਰੇ ਤਾਂ ਨਿੰਦਿਆ ਕਰਦੇ ਹਾਂ। 15 ਬਾਦਸ਼ਾਹੀਆਂ ਦੀ ਵੰਡ ਮੁਗਲ ਖਾਨਦਾਨ ਦਾ ਬਾਨੀ ਅਮੀਰ ਤੈਮੂਰ ਲੰਗੜਾ ਸੀ। ਉਸਨੇ ਬੰਗਾਲ ਤੇ ਚੜ੍ਹਾਈ ਕੀਤੀ ਤੇ ਤਕੜੀ ਲੜਾਈ ਪਿੱਛੋਂ ਤੈਮੂਰ ਦੀ ਜਿੱਤ ਹੋਈ। ਇਤਫਾਕ ਦਾ ਗੱਲ ਕਿ ਉਸਦਾ ਨਵਾਬ ਕਾਣਾ ਸੀ। ਉਹ ਰੱਸੀਆਂ ਨਾਲ ਜਕੜਿਆ ਹੋਇਆ ਅਮੀਰ ਤੈਮੂਰ ਦੇ ਪੇਸ਼ ਕੀਤਾ ਗਿਆ। ਨਵਾਬ ਦਾ ਤੈਮੂਰ ਨੂੰ ਵੇਖਦਿਆਂ ਸਾਰ ਹਾਸਾ ਨਿਕਲ ਗਿਆ। ਤੈਮੂਰ ਨੂੰ ਬੜਾ ਗੁੱਸਾ ਆਇਆ। ਉਹ ਕੜਕ ਕੇ ਬੋਲਿਆ, ਕਿਉਂ ਕਾਣਿਆ, ਹੱਸਦਾ ਕਿਉਂ ਏ? ਨਵਾਬ ਬੜੀ ਅਧੀਨਗੀ ਨਾਲ ਬੋਲਿਆ, ਹਜ਼ੂਰ, ਖੁਦਾਵੰਦ ਕਰੀਮ ਦੀ ਕੁਦਰਤ ਤੇ ਹੈਰਾਨ ਹਾਂ। ਵੇਖੋ ਉਸਨੇ ਬਾਦਸ਼ਾਹੀ ਨੂੰ ਕਿੰਨੀ ਘਟੀਆ ਚੀਜ਼ ਸਮਝ ਰੱਖਿਆ ਹੈ, ਜਿਹੜੀ ਸਾਡੇ ਵਰਗੇ ਕਾਣਿਆਂ ਤੇ ਲੰਗੜਿਆਂ ਵਿੱਚ ਵੰਡ ਦਿੱਤੀ ਸੂ। ਇਹ ਉੱਤਰ ਸੁਣ ਕੇ ਅਮੀਰ ਤੈਮੂਰ ਖੁਸ਼ ਹੋ ਗਿਆ ਤੇ ਖੋਹੀ ਹੋਈ ਰਿਆਸਤ